जनाब करीबन सानू 6-7 साल हो गए जे। पहले की करते सो? पहले मैं सऊदीया था। अब 9 मझां साढ़े कोल सन। इस वक्त करीबन साढ़े कोल मझ है 100 तो कोई 22 मझां ने। एक जानवर हो गए माशाल्लाह। 200 ਦੇ ਲਗਭਗ ਹੋ ਜਾਂਦਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। तमाम किसान दोस्तों ਨੂੰ ਤੇ ਫਾਰਮਰ ਭਰਾਵਾਂ ਨੂੰ ਬਿਲਾਲ ਨਜ਼ੀਰ ਦਾ ਸਲਾਮ। ਅੱਜ ਦੀ ਵੀਡੀਓ ਬਹੁਤ ਹੀ ਅਹਿਮ ਹੈ। 200 ਜਾਨਵਰਾਂ ਦੇ ਫਾਰਮ ਤੇ ਅਸੀਂ ਪਹੁੰਚੇ ਹਾਂ। ਰਾਣਾ ਸਾਹਿਬ ਦੀ ਗੁਫ਼ਤਗੂ ਤੁਹਾਨੂੰ ਸੁਣਾਉਣਾ ਵਾ। ਇਸ ਤੋਂ ਪਹਿਲੇ ਜਲਦੀ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ। अस्सलाम वालेकुम। वालेकुम सलाम जी भाईजान अपना नाम बता दें जी। मेरा नाम जी राणा मोहम्मद बूटा है। पिंड अपना नद्दड़, तहसील सियालकोट ते ज़िला भी सियालकोट है। माशाल्लाह। राणा साहब कितनी देर तू जानवरों का काम कर रहे हो? ये जनाब करीबन सानू 6-7 साल हो गए जे फील्ड 'ਚ। 6-7 साल तो तुसी प्रॉपर फील्ड अपनाई है। हाँ जी। उस तो पहले की करते सो? पहले मैं सऊदीया था। ਤੇ ਕੀ ਗੱਲ ਹੈ ਕਿ ਸੌਦੀਆ ਤੋਂ ਵਾਪਸ ਆ ਕੇ ਪੱਕੇ ਆ ਗਏ ਜਾਂ ਫਿਰ ਇਹਨੂੰ ਪ੍ਰੈਫਰ ਦਿੱਤੀ ਤੁਸੀਂ? नहीं इनू प्रेफर देती है। ਵਜ੍ਹਾ ਦੱਸੋ ਜ਼ਰਾ। वजह कि भाई सऊदीया रह के किन्नी कर सकता उत्थे मजदूरी करने जी। और साडा तल्लुक जिमीदार नाल सी, जिमीदार नाल रिलेटेड काम सानू ये अच्छा लगा है। ਯਾਨੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਵਤਨ ਦੀ ਮਿੱਟੀ ਦੀ ਖੁਸ਼ਬੂ ਤੁਹਾਨੂੰ ਖਿੱਚ ਕੇ ਲਾਈ। कराया जी। ਜ਼ਿੰਦਾਬਾਦ। ਤੇ 6 ਸਾਲ ਤੋਂ ਜਦੋਂ ਤੁਸੀਂ ਇੱਥੇ ਆਏ ਤੇ ਕਿੰਨੇ ਜਾਨਵਰਾਂ ਤੋਂ ਕੰਮ ਸ਼ੁਰੂ ਕੀਤਾ? ਅਸੀਂ ਜਨਾਬ 9 ਮੱਝਾਂ ਸਾਡੇ ਕੋਲ ਸਨ ਜਦੋਂ ਅਸੀਂ ਮੈਚ ਤੇ ਆਏ ਨਾ। ਛੋਟੇ ਭਾਈਆਂ ਕੋਲ 9 ਮੱਝਾਂ ਸਨ। ਠੀਕ ਹੈ। ਨਵਾਂ ਤੋਂ ਹਾਂ ਸਟਾਰਟ ਕੀਤਾ ਹੈ। ਤੇ ਨਵਾਂ ਤੋਂ ਮਾਸ਼ਾਅੱਲਾ ਕਿੰਨੀ ਬਰਕਤ ਪਈ। ਇਸ ਵਕਤ ਕਰੀਬਨ ਸਾਡੇ ਕੋਲ ਮੱਝ ਹੈ 100 ਤੇ ਕੋਈ 22 ਮੱਝਾਂ ਨੇ। 122 ਲਗਭਗ ਮੱਝਾਂ ਨੇ ਤੁਹਾਡੇ ਕੋਲ, ਸਿਰਫ ਮੱਝਾਂ। ਮੱਝਾਂ ਔਰ ਛੋਟੇ ਜਾ ਪਾ ਕੇ ਟੋਟਲ ਕਿੰਨੇ ਤੁਹਾਡੇ ਗਾਈਆਂ ਪਾ ਕੇ ਕਿੰਨੇ ਜਾਨਵਰ ਹੋ ਗਏ ਮਾਸ਼ਾਅੱਲਾ? 200 ਦੇ ਲਗਭਗ ਹੋ ਜਾਂਦਾ। ਮਾਸ਼ਾਅੱਲਾ 200 ਜਾਨਵਰਾਂ ਦਾ ਫਾਰਮ ਤੁਸੀਂ ਬੜੇ ਐਸਨ ਤਰੀਕੇ ਨਾਲ ਚਲਾ ਰਹੇ ਹੋ। ਵੇਖ ਰਹੇ ਆ ਸ਼ੈੱਡ ਵੀ ਬੜਾ ਪਿਆਰਾ ਹੈ, ਜਾਨਵਰ ਵੀ ਸਾਰੇ। ਕਿੰਨੇ ਬੰਦੇ ਸੰਭਾਲ ਰਹੇ ਹੋ ਉਹਨਾਂ ਨੂੰ? 4 ਅਸੀਂ 2 ਭਾਈ ਆ, 2 ਮੇਰੇ ਬੇਟੇ ਨੇ ਜੀ ਤੇ 6 ਮੁਲਾਜ਼ਮ ਨੇ। ਯਾਨੀ ਇਹ ਹੋ ਗਏ 8 ਬੰਦੇ। 8 ਬੰਦੇ ਅੱਠ- 10 ਬੰਦੇ ਹੋ ਗਏ। 10 ਬੰਦੇ ਹੋ ਗਏ। ਠੀਕ ਹੈ। 10 ਬੰਦੇ ਇਹਨਾਂ ਸਾਰੇ ਕੰਮ ਨੂੰ ਬਿਹਤਰੀਨ ਤਰੀਕੇ ਨਾਲ ਸਰ ਅੰਜਾਮ ਦੇ ਰਹੇ ਨੇ। ਹਾਂਜੀ ਵਾਈ ਬੀਜੀ ਵੀ ਨਾਲ ਹੀ ਹੈ, ਮਾਲ ਦਾ ਵੀ ਕੰਮ ਨਾਲ ਹੈ ਜੀ। ਅਸੀਂ ਬੜੇ ਅੱਛੇ ਤਰੀਕੇ ਨਾਲ ਅਸੀਂ ਹੈਂਡਲ ਕਰ ਰਹੇ ਹਾਂ। 5 ਸਾਲ ਪਹਿਲੇ ਤੁਸੀਂ ਦੱਸ ਰਹੇ ਹੋ ਕਿ ਵਾਪਸ ਆਏ ਔਰ ਉਸ ਤੋਂ ਪਹਿਲੇ ਸਊਦੀਆ ਸੋ ਜੀ ਜੀ ਤੇ ਨਵਾਂ ਮੱਝਾਂ ਤੋਂ ਕੰਮ ਸ਼ੁਰੂ ਕੀਤਾ ਔਰ ਮਾਸ਼ਾਅੱਲਾ 200 ਪਲੱਸ ਤੁਸੀਂ ਚਲੇ ਗਏ। ਜੀ ਜੀ। ਇਹ ਕਾਮਯਾਬੀ ਦਾ ਸਫ਼ਰ ਮੁਖਤਸਰ ਦਾ ਦੱਸਿਓ। ਮੁਕਤਸਰ ਹੈ ਜੀ ਬੜੀ ਅਸੀਂ ਆਪਣਾ ਮੈਂ ਤੇ ਛੋਟੇ ਭਾਈ ਮੇਰੇ ਨੇ ਤੇ ਅਸੀਂ ਇਕੱਠਿਆਂ ਅਸੀਂ ਨੀਤ ਹੀ ਕੀਤੀ ਕਿ ਹਾਂ ਜਿਹੜੇ ਨਾਲ ਇਲਾਕੇ 'ਚ ਸਭ ਤੋਂ ਜ਼ਿਆਦਾ ਮਾਲ ਅਸਾਂ ਕਰਨਾ ਮੈਂ ਤੇ ਅਲਹਮਦੁਲਿਲਾ ਇਹ 'ਚ ਵੀ ਬਰਕਤ ਰੱਬ ਨੇ ਬੜੀ ਪਾਈ ਹੈ। ਅੱਲਾਹ ਪਾਕ ਦਾ ਬੜਾ ਇਹਸਾਨ ਹੈ ਸਾਡੇ ਤੇ। ਹਾਂਜੀ। ਤੇ ਅਸੀਂ ਆਪਣੇ ਕੋਲ 1 ਰੁਪਿਆ ਵੀ ਇਨਵੈਸਟ ਨਹੀਂ ਕੀਤਾ ਆਪਣੀ ਜੇਬ 'ਚੋਂ। ਮਾਲ ਤੋਂ ਮਾਲ ਲਿਆ ਵੇ। ਜ਼ਿੰਦਾਬਾਦ। ਮਾਸ਼ਾਅੱਲਾ ਬੜੀ ਜ਼ਬਰਦਸਤ ਤੁਸੀਂ ਗੱਲ ਸੁਣਾਈ ਹੈ ਕਿ ਮਾਲ ਤੋਂ ਮਾਲ ਲਿਆ। ਮਾਲ ਤੋਂ ਮਾਲ ਲਿਆ ਵੇ। 1 ਰੁਪਿਆ ਆਖੋ ਨਾ ਅਸੀਂ ਆਪਣਾ ਜੇਬ 'ਚੋਂ ਅਸੀਂ ਆਪਣਾ ਕੱਢਿਆ ਹੋਵੇ ਜਾਂ ਜ਼ਿੰਮੇਦਾਰੀ ਕੱਢਿਆ ਹੋਵੇ ਨਾ। ਸਹੀ। ਇਹ ਮਾਲ ਤੋਂ ਮਾਲ ਕਮਾਇਆ ਸਾਂ। ਤੁਸੀਂ ਉਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਹਿੰਮਤ, ਹੌਸਲਾ, ਜਜ਼ਬਾ, ਜੋਸ਼ ਦਿੰਦੇ ਹੋ ਪਏ ਜਿਹੜੇ ਸਮਝਦੇ ਨੇ ਕਿ ਕਾਰੋਬਾਰ ਦੇ ਵਿੱਚ ਵਧਣਾ ਬੜਾ ਮੁਸ਼ਕਿਲ ਹੈ। ਭਾਈ ਜੀ ਸਿਰਫ ਇਹ ਮਸਲਾ ਤੁਹਾਨੂੰ ਦੱਸਣਾ ਵਜ੍ਹਾ ਕਿ ਲੋਕ ਇਹ 'ਚ ਆਵੇ ਕਿ ਵੇਖਣ ਤੁਸੀਂ ਆਏ ਹੋ ਕਿ ਅਸੀਂ ਵਰਦੀਆਂ ਪਾਈਆਂ ਨੇ ਲੱਗੀਆਂ ਯਾਨੀ ਇਹ 'ਚ ਬੰਦਾ ਪਛਾਣ ਨਹੀਂ ਬਾਰਵਾ ਕਰਦਾ ਕਿ ਯਾਰ ਮਾਲਕ ਕੌਣ ਹੈ ਤੇ ਮੁਲਾਜ਼ਮ ਕੌਣ ਹੈ। ਜ਼ਿੰਦਾਬਾਦ। ਹਾਂਜੀ। ਸਿਰਫ ਇਹ ਗੰਦਾ ਕੰਮ ਹੈ ਲੇਕਿਨ ਇਹ 'ਚ ਬਹੁਤ ਅੱਲਾਹ ਪਾਕ ਨੇ ਬਹੁਤ ਇਹ 'ਚ ਰਹਿਮਤ ਹੈ, ਬਹੁਤ ਇਹ 'ਚ ਪੈਸਾ ਹੈ। ਹਾਂਜੀ। ਲੇਕਿਨ ਸਦਕੇ ਦਿਲ ਨੂੰ ਬੰਦਾ ਕੰਮ ਕਰੇ ਤੇ। ਸਹੀ ਹੈ। ਹਾਂਜੀ। ਤੇ ਆਈ ਸਾਹਿਬ ਬੇਸ਼ੱਕ ਗੰਦਾ ਕੰਮ ਹੈ ਲੇਕਿਨ ਮਜ਼ਦੂਰੀ 'ਚ ਤਾਂ ਕੋਈ ਮਹਿਣਾ ਨਹੀਂ ਹੁੰਦਾ। ਨਹੀਂ ਕੋਈ ਮੇਰਾ ਸਾਨੂੰ ਕੋਈ ਕਬਾਹਤ ਨਹੀਂ ਇਹ 'ਚ ਹੈ ਕੋਈ ਵੀ। ਠੀਕ ਹੈ। ਔਰ ਜਿਹੜੇ ਲੋਕ ਸਮਝਦੇ ਨੇ ਕਿ ਗੰਦਾ ਹੈ ਔਰ ਅਸੂ ਦੂਰ ਰਹਿੰਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹਦੇ ਵਿੱਚ ਬਰਕਤ ਵੀ ਔਰ ਇਹ ਕਾਰੋਬਾਰ ਇਹਨੂੰ ਕਾਰੋਬਾਰ ਸਮਝ ਕੇ ਕਰਨਾ ਇਹ ਚਾਹੀਦਾ। ਭਾਈ ਇੱਕ ਫੈਕਟਰੀ ਹੈ। ਠੀਕ ਹੋ ਗਿਆ। ਅੱਛਾ ਇਸ ਇਹ ਦੱਸੋ ਕਿ 10 ਬੰਦੇ ਤੁਸੀਂ ਮਾਸ਼ਾਅੱਲਾ ਨੂੰ ਮੈਨੇਜ ਤੁਹਾਨੂੰ ਦੱਸਿਆ ਕਿ ਅਸੀਂ ਕਰ ਰਹੇ ਹੋ। ਜਿਹੜੇ ਨੌਕਰ ਨੇ ਤੁਹਾਡੇ ਉਹਨਾਂ ਦਾ ਕਿੰਨਾ ਖਰਚਾ ਆ ਜਾਂਦਾ? ਖਰਚਾ ਭਾਈ ਅਸੀਂ ਕਦੀ ਕੀਤਾ ਨਹੀਂ, ਉਹ ਸਾਡੇ ਬੱਚੇ ਮੰਗਦੇ। ਠੀਕ ਹੈ। ਯਾਨੀ ਉਹਨਾਂ ਨੂੰ ਤੁਸੀਂ ਆਪਣਾ ਇੱਜ਼ਤ ਨਾਲ ਹੀ ਰੱਖ ਰਹੇ ਹੋ ਇੱਥੇ। ਬੇਸ਼ੱਕ ਇਸ ਤਰ੍ਹਾਂ ਹੁੰਦਾ ਕਿ ਜੇ ਮੁਲਾਜ਼ਮ ਨੂੰ ਮੁਲਾਜ਼ਮ ਸਮਝੀਏ ਤਾਂ ਫਿਰ ਕੰਮ ਨਹੀਂ ਚੱਲਦਾ ਹੈ। ਸਹੀ ਹੋ ਗਿਆ। ਠੀਕ ਹੈ। ਹੁਣ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੀ ਪੱਠਿਆਂ ਵਾਸਤੇ ਜਗ੍ਹਾ ਆਪਣੀ ਹੈ ਜਾਂ ਮੁੱਲ ਦੇ ਨੇ? ਨਹੀਂ ਜ਼ਮੀਨ ਆਪਣੀ ਪੱਠਿਆਂ ਵਾਸਤੇ ਅਸੀਂ ਕੁਝ ਠੇਕੇ ਤੇ ਲਈਏ, ਕੁਝ ਪੱਠਿਆਂ ਆਪਣੀ ਜ਼ਮੀਨ ਹੈ। ਠੀਕ ਹੈ। ਉਹ ਕਿੰਨੀ ਆਪਣੀ, ਕਿੰਨੀ ਉਹ ਠੇਕੇ ਤੇ ਕਿੰਨੀ ਲਈ ਹੈ? ਠੇਕੇ ਤੇ 10 ਏਕੜ ਲਈ ਹੈ, ਬਾਕੀ 22 ਏਕੜ ਆਪਣੀ ਹੈ। ਸਹੀ ਹੈ। ਔਰ ਉਹ ਸਾਲ ਵਾਸਤੇ ਤੁਹਾਡੇ ਪੱਠੇ ਪੂਰੇ ਹੋ ਜਾਂਦੇ ਨੇ? ਪੂਰੇ ਹੋ ਜਾਂਦੇ ਨੇ ਮਾਲ ਦੇ। ਠੀਕ ਹੋ ਗਿਆ। ਹੁਣ ਲਮਸਮ ਜਿਹੜਾ ਵੇ ਬੇਸ਼ੱਕ ਸੋਚ ਕੇ ਦੱਸ ਲਿਓ ਸਾਨੂੰ ਕਿ ਤੁਹਾਡਾ ਡੇਲੀ ਬੇਸ ਤੇ ਇਹਨਾਂ ਸਾਰਿਆਂ ਜਾਨਵਰਾਂ ਤੇ ਕਿੰਨਾ ਖਰਚਾ ਆ ਜਾਂਦਾ? ਭਾਈ ਜੀ ਕੋਈ ਆਪਣਾ ਜਿਹੜੇ ਪੱਠੇ ਪੁੱਠੇ ਨੇ ਇਹਨਾਂ ਦਾ ਸਾਨੂੰ ਖਰਚੇ ਦਾ ਪਤਾ ਕੋਈ ਨਹੀਂ ਹੈ ਕਿਉਂਕਿ ਆਪਣੀ ਜ਼ਮੀਨ ਨੇ, ਆਪਣੇ ਪੱਠੇ ਨੇ। ਲੇਕਿਨ ਜਿਹੜਾ ਵੰਡ ਦਾ ਖਰਚਾ ਨਾ ਡੇਲੀ ਸਾਡਾ 10,000 ਦਾ ਹੈ। ਠੀਕ ਹੈ। ਜਿਹੜਾ ਵੰਡਾ ਅਸੀਂ ਪਾਉਂਦੇ ਹਾਂ ਤੇ ਯਾਨੀ ਲਗਭਗ 200 ਜਾਨਵਰਾਂ ਤੁਹਾਡਾ 10,000 ਦਾ ਸਿਰਫ ਵੰਡੇ ਤੇ ਆਈ ਜਾਂਦਾ? ਹਾਂ ਜੀ। ਗੱਬੜ ਮੈਨ ਉਹਨਾਂ ਨੂੰ ਵੰਡ ਨਹੀਂ ਅਸੀਂ ਇਸਤੇਮਾਲ ਕਰ ਰਹੇ। ਦੂਜੀਆਂ ਦੁੱਧ ਦਿੰਦੀਆਂ ਨੇ ਦੁੱਧਿਆਲ ਜਾਨਵਰ ਨੇ ਉਹਨਾਂ ਨੂੰ ਅਸੀਂ ਵੰਡਾ ਇਸਤੇਮਾਲ ਕਰਨੇ ਆ।
ਤੇ 10,000 ਉਹਨਾਂ ਡੇਲੀ ਦਾ ਖਰਚਾ ਹੈ ਉਹਨਾਂ ਦਾ। ਲੇਕਿਨ 10,000 ਜਿਹੜਾ ਵੇ ਉਹ ਜ਼ਾਹਰ ਹੈ ਕਿ 200 ਜਾਨਵਰ ਤੇ ਸਿਰਫ ਵੰਡੇ ਦਾ ਤੁਸੀਂ ਦੱਸ ਰਹੇ ਹੋ, ਬਾਕੀ ਅਖਰਾਜਾਤ ਵੀ ਹੋਣਗੇ, ਨੌਕਰ ਚਾਕਰ ਤੁਸੀਂ ਰੱਖੇ ਨੇ, ਜ਼ਾਹਰ ਬਾਤ ਹੈ ਜੀ, ਜ਼ਾਹਰ ਬਾਤ ਬਾਕੀ ਪੱਠੇ ਲਿਆਣੇ ਔਰ ਜਿਹੜੀ ਪਹਿਲੀ ਖੇਤ ਹੈ। ਕਿੰਨੇ ਕਿ ਤੁਹਾਡੇ ਉਹ ਅੰਦਾਜ਼ਨ ਦੱਸ ਦਿਓ ਕਿੰਨਾ ਖਰਚਾ ਆਈ ਜਾਂਦਾ 200 ਜਾਨਵਰ ਤੇ? ਯਾਰ ਖਰਚਾ ਤਕਰੀਬਨ ਕੋਈ ਤੁਸੀਂ ਇਹ ਕਰ ਲਓ ਕਿ ਆਪਣਾ 10,000 ਦਾ ਆਪਣਾ ਸਟਾਲਾ ਆ ਜੀ, ਤੇ ਵਿੱਚ ਕੋਈ ਤੂੜੀ ਜਾਂ ਪਰਾਲੀ ਅਸੀਂ ਇਸਤੇਮਾਲ ਕਰਨੇ ਪਏ। ਹੁਣ ਕਮਾਦ ਹੈ ਇਹਨੇ 2.5 ਲੱਖ ਦਾ ਏਕੜ ਇੱਥੇ ਕਮਾਦ ਦਾ, ਸਹੀ ਹੈ। ਤੇ ਤਕਰੀਬਨ ਕੋਈ ਅਸੀਂ ਕਨਾਲ ਕੁ ਜਿਹਾ ਕਮਾਦ ਲਿਆਈਦੇ ਵੱਢ ਕੇ ਡੇਲੀ। ਤਕਰੀਬਨ ਯਾਰ ਤੁਸੀਂ ਇਹ ਕਰ ਲਵੋ ਕਿ ਆਪਣਾ 20 ਤੋਂ 25,000 ਖਰਚਾ ਡੇਲੀ। ਸਹੀ ਹੋ ਗਿਆ। ਹਾਂਜੀ। ਯਾਨੀ ਤੁਸੀਂ ਸਮਝਦੇ ਹੋ ਕਿ ਸਾਡਾ 25,000 ਦਾ ਡੇਲੀ ਦਾ ਖਰਚ ਇਹਨਾਂ ਸਾਰੇ ਜਾਨਵਰਾਂ ਤੇ ਲੱਗ ਜਾਂਦਾ। ਆਮਦਾ ਹੈ ਹੁਣ 25,000 ਤੁਸੀਂ ਲਗਾ ਲਿਆ ਜੀ ਜੀ, ਤੇ ਤੁਸੀਂ ਲਿਆ ਕੀ ਇਹਨਾਂ ਕੋਲੋਂ? ਅਸੀਂ ਸਾਨੂੰ 25 ਬਚ ਗਿਆ। ਯਾਨੀ ਕਿ ਤੁਸੀਂ ਡੇਲੀ ਦੇ 50,000 ਦਾ ਸਾਡਾ ਡੇਲੀ ਦਾ ਦੁੱਧ ਹੋਣ ਡਿਆ ਮਾਸ਼ਾਅੱਲਾ। ਮਾਸ਼ਾਅੱਲਾ ਸਹੀ ਹੈ। ਹਾਂਜੀ, ਦੁੱਧ ਕਿਦਾ ਰੇਟ ਦੱਸ ਸਕਦੇ ਹੋ? ਰੇਟ ਮੁਖਤਲਿਫ ਸਾਡੇ ਸਿਆਲਕੋਟ 'ਚ ਨਾ ਮੁਖਤਲਿਫ ਰੇਟ ਨੇ। ਜਿਹੜਾ ਆਮ ਮਾਰਕੀਟ 'ਚ ਚੱਲਦਾ ਉਹ ਹੈ 75 ਰੁਪਏ ਹੈ, ਜਿਹੜਾ ਦੂਸਰਾ ਵੇ ਉਹ 95 ਵੀ ਹੈ, 96 ਵੀ ਹੈ। ਹਾਂਜੀ, ਅਲਹਮਦੁਲਿਲਾ ਠੀਕ ਗੁਜ਼ਾਰਾ ਹੁੰਦਾ। ਸਹੀ ਹੈ। ਯਾਨੀ ਤੁਸੀਂ ਸਮਝਦੇ ਹੋ ਕਿ ਅਸੀਂ ਡੇਲੀ ਦਾ 25,000 ਰੁਪਏ ਤੋਂ ਕੱਢ ਰਹੇ ਹਾਂ। ਕੱਢ ਰਹੇ ਹਾਂ। ਸਹੀ ਹੋ ਗਿਆ। ਅੱਛਾ, ਹੁਣ ਇਹ ਦੱਸੋ ਕਿ ਜਿਹੜੇ ਨਵੇਂ ਫਾਰਮਰ ਨੇ ਔਰ ਉਹ ਤਰਜੀਹ ਦਿੰਦੇ ਨੇ ਬਾਹਰ ਨੂੰ, ਅਸੀਂ ਇਹਨੂੰ ਡਿਸਕਰੇਜ ਨਹੀਂ ਕਰਨਾ ਚਾਹੁੰਦੇ। ਜੀ ਜੀ ਜਿਸ ਤਰ੍ਹਾਂ ਤੁਹਾਡੇ ਭਾਈ ਇੰਜੀਨੀਅਰ ਵੀ ਨੇ, ਉਹ ਵੀ ਕਹਿੰਦੇ ਨੇ ਕਿ ਅਸੀਂ ਵਾਪਸ ਆ ਗਏ ਹਾਂ। ਜੀ ਜੀ, ਹੁਣ ਨਵਾਂ ਫਾਰਮਰ ਅਗਰ ਬਾਹਰੋਂ ਜਾਂ ਫਿਰ ਕੋਈ ਹੋਰ ਕਾਰੋਬਾਰ ਛੱਡ ਕੇ ਇਸ ਕੰਮ ਚ ਆਉਂਦਾ ਹੈ, ਤੁਹਾਡੀ ਨਜ਼ਰ 'ਚ ਉਹ ਕਿੰਨਿਆਂ ਤੋਂ ਸ਼ੁਰੂ ਕਰੇ ਔਰ ਕਿਹੜੀਆਂ ਮੱਝਾਂ ਲੇ? ਸਭ ਤੋਂ ਪਹਿਲੇ ਤਾਂ ਇਹ ਚੀਜ਼ ਹੈ ਕਿ ਥੱਲਿਓਂ ਆਪਣਾ ਸਟਾਰਟ ਲੈਣਾ ਚਾਹੀਦਾ ਹੈ। ਕਿ ਇਹ ਨਹੀਂ ਕਿ ਯਕਦਮ ਤੁਸੀਂ 50 ਜਾਂ 100 ਮੱਝ ਲੈ ਕੇ ਤੇ ਬੰਨ ਲਵੋ, ਤੁਹਾਨੂੰ ਤਜਰਬਾ ਨਾ ਹੋਵੇ। ਦੇਖੋ ਸਾਨੂੰ ਅਸੀਂ ਇੱਥੇ ਹੁਣ ਆਪਣੇ ਫਾਰਮ ਸ਼ੁਰੂ ਕੀਤਾ ਨਾ, ਅਸੀਂ 9 ਮੱਝ ਤੋਂ ਸਟਾਰਟ ਕੀਤਾ ਹੋਇਆ। ਸਹੀ ਹੈ। 9 ਸਾਨੂੰ ਤਜਰਬਾ ਹੁੰਦਾ ਕਿ ਕਿੱਥੋਂ ਮਾਲ ਸਵਾਲਾ ਮਿਲਦਾ, ਨਸਲ ਦਾ ਮਿਲਦਾ ਵੇ, ਉਹ ਅਸੀਂ ਖਰੀਦ ਕਰਦੇ ਰਹੇ ਹਾਂ, ਲਿਆਂਦੇ ਰਹੇ ਹਾਂ। ਫਿਰ ਇਹ ਸਭ ਤੋਂ ਮੇਨ ਚੀਜ਼ ਹੈ ਕਿ ਥੋੜ੍ਹਾ ਜਿਹਾ ਇਹਨੂੰ ਦੇਖਭਾਲ ਕਰਨੀ ਪੈਂਦੀ ਹੈ। ਕੋਈ ਮੱਝ ਜਿਹੜੀ ਕੋਈ ਹੀਟ 'ਤੇ ਆ ਗਈ ਹੈ ਉਹਨੂੰ ਦੇਖਣਾ ਮੈਂ, ਜਾਂ ਕਿਸੇ ਦਾ ਥਣ ਦਾ ਮਸਲਾ ਬਣ ਗਿਆ, ਜਾਂ ਕੋਈ ਪੱਠੇ ਨਹੀਂ ਖਾ ਰਹੀ ਹੈ, ਕੋਈ ਯਾਨੀ ਬੁਖਾਰ ਬਖੂਰ ਨਹੀਂ, ਜਾਂ ਕੋਈ ਹੋਰ ਵਜ੍ਹਾ ਆ ਸਕਦੀ ਹੈ। ਯਾਨੀ ਕਿ ਅਸੀਂ ਪ੍ਰੋਪਰ ਜਿਹੜਾ ਨਿਗਰਾਨੀ ਰੱਖਣੀ ਉੱਤੇ ਇਹਨਾਂ ਦੇ। ਇਹ ਨਹੀਂ ਕਿ ਜਾ ਕੇ ਬਸ ਠੀਕ ਹੈ ਪੱਠੇ ਮੁਲਾਜ਼ਮਾਂ ਪਾਤੇ ਨੇ ਤੇ ਅਸੀਂ ਘਰ ਜਾ ਕੇ ਸੌਂ ਜਾਈਏ, ਇਹ ਚੀਜ਼ ਨਹੀਂ ਹੈ। ਅਸੀਂ ਦੋਨੋਂ ਟਾਈਮ ਨੂੰ ਦੇਖਣਾ ਹੁੰਦਾ ਇਹਨਾਂ ਨੂੰ। ਇਹ ਤੁਹਾਡੇ ਸਾਹਮਣੇ ਅਸੀਂ ਚੁਆਈ ਲੱਗੀ, ਆਪ ਨਾਲ ਅਸੀਂ ਦੇਖਦੇ ਹਾਂ, ਆਪ ਨਾਲ ਚੁਆਈ ਕਰਾਉਂਦੇ ਹਾਂ। ਕੋਈ ਮਸਲਾ ਤਾਂ ਨਹੀਂ ਆ ਰਿਹਾ, ਇਹਦਾ ਦੁੱਧ ਘੱਟ ਹੈ, ਇਹਨੂੰ ਕੀ ਵਜ੍ਹਾ ਹੈ, ਇਹਨੇ ਪੱਠੇ ਰੱਜ ਕੇ ਖਾਧੇ ਨੇ ਨਹੀਂ ਖਾਧੇ, ਇਹਨੂੰ ਕੀ ਵਜ੍ਹਾ ਹੈ। ਜਿਹੜੇ ਬੰਦੇ ਨਵੇਂ ਆ ਰਹੇ ਨੇ ਉਹਨਾਂ ਭਾਈ ਸਟਾਰਟ ਲੈਣਾ ਚਾਹੀਦਾ। ਫਿਰ 9-10 ਮੱਝਾਂ ਤੋਂ ਸਟਾਰਟ ਲਵੋ, ਨਸਲ ਦਾ ਹੀ ਪਤਾ ਚੱਲੇਗਾ। ਦੂਸਰਾ ਤੁਹਾਨੂੰ ਆਪਣਾ ਜਿਹੜੀ ਪ੍ਰਾਫਿਟ ਤੁਹਾਨੂੰ ਉਹ ਦੱਸਦਾ ਪਤਾ ਲੱਗਾ, ਖਰਚਾ ਤੁਹਾਨੂੰ ਕਿੰਨਾ ਆ ਰਿਹਾ ਵੇ, ਕਿੰਨੀ ਲਾਸ਼ ਜਾ ਰਹੀ ਹੈ, ਤੇ ਆਪੇ ਅੱਲਾ ਪਾਕ ਬਰਕਤ ਪਾਉਂਦਾ ਵੇ। ਲੇਕਿਨ ਅਸੀਂ ਇੱਕ ਚੀਜ਼ ਦਾ ਨਿਚੋੜ ਕੀਤਾ ਵੇ, ਇਸ ਕੰਮ 'ਚ ਬਰਕਤ ਹੈ ਮਾਸ਼ਾਅੱਲਾ। ਬੰਦਾ ਸਹੀ ਨਹੀਂ ਕਿਤੇ ਕੰਮ ਕਰੇ ਤੇ ਬਰਕਤ ਹੈ ਵਿੱਚ ਉਹਦੇ। ਹੱਕ ਹਲਾਲ ਦੀ ਕਮਾਈ ਹੈ। ਹਾਂਜੀ, ਸਵੇਰ ਟਾਈਮ ਨਾਲ ਉੱਠੋ, ਟਾਈਮ ਨਾਲ ਆਪਣਾ ਦੇਖੋ ਮਾਲ ਨੂੰ ਆਓ। ਹਾਂਜੀ, ਤੇ ਬਰਕਤ ਖੁਦ ਪੈਂਦੀ ਹੈ। ਸਹੀ ਹੈ। ਤੁਸੀਂ ਇਹਨਾਂ ਜਾਨਵਰਾਂ ਨੂੰ ਖੋਲਦੇ ਵੀ ਹੋ ਜਾਂ ਸਿਰਫ ਵੱਜ ਕੇ ਪੱਠੇ ਪੈਂਦੇ ਨੇ? ਨਹੀਂ, ਖੋਲ੍ਹਣੇ ਵੀ ਅਸੀਂ ਆਵਾਂ, ਲੇਕਿਨ ਸਾਡੇ ਵਾਸਤੇ ਇਸ ਇਲਾਕੇ 'ਚ ਚੁਰਾਈ ਦਾ ਕੋਈ ਇੰਤਜ਼ਾਮ ਨਹੀਂ ਹੈ। ਤੇ ਇਹ ਵੀ ਕਿ ਅਸੀਂ ਥੋੜਾ ਫੇਰਨੇ ਫੁਰਨੇ ਆਏ ਕਿ ਹੁਣ ਮੌਸਮ ਨਹੀਂ ਠੀਕ ਹੈ, ਇਸ ਵਾਸਤੇ ਅਸੀਂ ਨਹੀਂ ਇਹਨਾਂ ਨੂੰ ਖੋਲ੍ਹਦੇ ਹਾਲੇ। ਗਾਵਾਂ ਤੁਹਾਡੀਆਂ ਕਿੰਨੀਆਂ ਨੇ ਟੋਟਲ? ਗਾਵਾਂ 6 ਨੇ। ਔਰ ਕਿਹੜੀ ਨਸਲ ਦੀਆਂ ਨੇ? ਇਹ ਕਰਾਸ ਹੀ ਨੇ ਸਾਡੇ ਕੋਲ ਜਿਹੜੀਆਂ ਨਾ, ਕਿਉਂਕਿ ਮੌਸਮ ਅਸਾਂ ਪਹਿਲਾਂ ਰੱਖੀਆਂ ਸਨ ਵਲੈਤੀ, ਤੇ ਵਲੈਤੀ ਵਾਸਤੇ ਇੱਥੇ ਸਾਡੇ ਮੌਸਮ ਨਹੀਂ, ਉਹ ਮੰਗਦੀਆਂ ਨੇ ਏਸੀ ਟੈਪ ਕੋ ਲੱਗਾ ਹੋਵੇ, ਅੱਛੀ ਹਵਾਦਾਰ ਹੋਵੇ, ਕਿਉਂਕਿ ਸਾਡੇ ਮੌਸਮ ਗਰਮੀ ਵੀ ਜ਼ਿਆਦਾ ਪੈਂਦੀ ਹੈ। ਤੇ ਇਸ ਵਾਸਤੇ ਸਾਡੇ ਕੋਈ ਨਾ ਇੰਤਜ਼ਾਮ ਹਾਲੇ ਨਹੀਂ ਹੈ ਕਿ ਅਸੀਂ ਉਹ ਆਪਣਾ ਉਹਨਾਂ ਨੂੰ ਸ਼ੈੱਡ ਵਗੈਰਾ ਜਾਂ ਕੂਲਰ ਵਗੈਰਾ ਰੱਖੀ ਅਸੀਂ। ਸਹੀ ਹੋ ਗਿਆ। ਔਰ ਮੱਝਾਂ ਤੁਹਾਡੀਆਂ ਕਿਹੜੀ ਨਸਲ ਦੀਆਂ? ਸਾਡੇ ਕੋਲ ਤਕਰੀਬਨ 3 ਨਸਲ ਨੇ ਸਾਡੇ ਕੋਲ ਜੀ। ਹਾਂਜੀ, ਸਾਹੀਵਾਲ ਵੀ ਹੈ ਸਾਡੇ ਕੋਲ, ਲੁੱਡਣ ਵੀ ਹੈ, ਉਸ ਤੋਂ ਬਾਅਦ ਉਹ ਕਾੜਾ ਨਸਲ ਵੀ ਹੈ ਵਾ। ਹਾਂਜੀ, 3 ਮੁਖਤਲਿਫ ਨਸਲਾਂ ਦੇ ਵਿੱਚੋਂ ਸਭ ਤੋਂ ਬਿਹਤਰ ਕਿਹਨੂੰ ਪਾਇਆ? ਸਭ ਤੋਂ ਜਿਹੜੀ ਨਸਲ ਹੈ ਸਾਨੂੰ ਤੇ ਮਜ਼ਾ ਆਇਆ ਵੇ ਜਿਹੜੀ ਲੁੱਡਣ ਦੀ ਮੈਨ ਆ। ਹਾਂਜੀ, ਹਵੇਲੀ ਲੱਖਾਂ ਦੀ ਉਹ। ਹਾਂਜੀ, ਉਹ ਸਭ ਤੋਂ ਟਾਪ ਟਨ ਜਾ ਰਹੀ ਹੈ। ਉਹ ਕਾੜਾ ਵੀ ਅੱਛਾ ਵੇ, ਲੇਕਿਨ ਸਾਹੀਵਾਲ ਕੋਲ ਥੋੜਾ ਮੁਖਤਲਿਫ ਵੈਰਾਈਟੀਆਂ ਚਾਹੀਦੀਆਂ ਉਹਦੇ। ਜਿਹੜੀ ਤੁਸੀਂ ਲੁੱਡਣ ਦੱਸੀ ਉਹ ਮੈਕਸਿਮਮ ਦੁੱਧ ਕਿੰਨਾ ਦੇ ਛੱਡਦੀ ਹੈ? ਸਾਡੇ ਕੋਲ ਤਕਰੀਬਨ 16 ਤੋਂ 18 ਲੀਟਰ ਦੁੱਧ ਦਿੱਤਾ ਉਹਨੇ। ਸਹੀ ਹੈ। ਤੁਸੀਂ ਦੱਸਿਆ ਔਰ ਘੱਟ ਤੋਂ ਘੱਟ ਕਿੰਨਾ ਦਿੰਦੀ ਹੈ? ਘੱਟ ਉਹ ਤੋਂ ਸੂਬੇ ਦੇ ਨਾਲ ਹੀ ਆਣਾ ਕਿ ਸੇਵਾ ਦਾ ਮੇਵਾ ਹੈ ਭਾਈ ਜੀ, ਜੀ। ਬਿਲਕੁਲ। ਜਿੰਨੀ ਸੇਵਾ ਕਰ ਲਓ ਉਹਨਾਂ ਦੁੱਧ ਲੈ ਲਵੋ। ਸਹੀ ਹੈ। ਇਹ ਤਾਂ ਨਹੀਂ ਕਿ ਤੁਸੀਂ ਆਪਣਾ ਮੱਝ ਉਹ ਦੇ ਰਹੀ 18 ਲੀਟਰ ਦੇ ਰਹੀ ਹੈ ਤੇ ਉਹਨੂੰ ਕੋਈ ਵੰਡ ਨਾ ਪਾਓ, ਨਾ ਪੱਠੇ ਨਾ ਰੱਜ ਕੇ ਪਾਓ, ਤੇ ਆਖੋ ਵੀ ਉਹ ਦਿੰਦੀ ਹੈ। ਲੇਕਿਨ ਠੀਕ ਉਹ ਸੂਬਾ ਲੰਮਾ ਕਰਦੀ ਹੈ, ਤਕਰੀਬਨ 1.5 ਸਾਲ ਦੁੱਧ ਉਹਨੇ ਦੇ ਦੇਣਾ ਮੈਂ। ਤੁਹਾਡੇ ਕੋਲ ਇੱਕ ਤਕਨੀਕੀ ਗੱਲ ਪੁੱਛਣ ਲੱਗਾ ਕਿ 9 ਮੱਝਾਂ ਤੁਸੀਂ ਰੱਖੀਆਂ ਮਾਸ਼ਾਅੱਲਾ, ਉਹਦੇ ਬਾਅਦ ਤੁਸੀਂ ਉਹ ਕੰਮ ਨੂੰ ਵਧਾਇਆ, ਦੁੱਧ ਵੇਚ ਕੇ, ਜਾਨਵਰ ਆਪੀ ਪਾਲ ਕੇ ਸਾਂਭ ਕੇ, ਜਾਂ ਫਿਰ ਉਹਨਾਂ ਦੇ ਜਾ ਵੇਚ ਕੇ ਤੁਸੀਂ ਡੰਗਰ ਵਧਾਉਂਦੇ ਗਏ? ਜ਼ਿਆਦਾ ਤੁਸੀਂ ਕਿਸ ਤਰ੍ਹਾਂ ਵਧਾਏ? ਜ਼ਿਆਦਾ ਅਸੀਂ ਭਾਈ ਦੁੱਧ ਤੋਂ ਵਧਾਏ ਨੇ। ਅੱਛਾ। ਜਿਹੜੀ ਸੇਵਿੰਗ ਸਾਡੀ ਹੁੰਦੀ ਸੀ ਨਾ ਮਹੀਨੇ ਦੀ, ਉਹ ਅਸੀਂ ਸੇਵਿੰਗ ਇਕੱਠੀ ਕਰਨੀ ਹੈ। ਮਹੀਨੇ ਬਾਅਦ ਜਾ ਕੇ 2, 4, 5 ਅਸੀਂ ਜਾ ਕੇ ਲੈ ਆਉਣੀਆਂ। ਆਰਫ ਮੰਡੀ ਜਾਂਦਾ ਰਿਹਾ ਪਹਿਲੇ, ਉੱਥੋਂ ਜਾ ਕੇ ਪਸੰਦ ਕਰਕੇ ਮੱਝਾਂ ਲਿਆਉਣੀਆਂ। ਫਿਰ ਅਸੀਂ ਆਰਫ ਤੋਂ ਅੱਗੋਂ ਜਦੋਂ ਤਜਰਬਾ ਵੱਧਦਾ ਗਿਆ, ਫਿਰ ਅੱਗੇ ਲੁੱਟਣ 'ਚ ਗਏ ਹਾਂ ਦਰਿਆ 'ਚ, ਫਿਰ ਕੇ ਆਪੇ ਮਾਲ ਪਸੰਦ ਕਰਕੇ ਲਿਆਉਣਾ ਸੀ। ਔਰ ਆਪੀ ਉਹੀ ਜਾਂਦੇ ਹੋ ਤੁਸੀਂ? ਆਪ ਹੀ। ਔਰ ਉੱਥੋਂ ਜਾ ਕੇ ਤੁਸੀਂ ਚੱਕਾਂ 'ਚ ਫਿਰ ਕੇ, ਇਲਾਕਿਆਂ 'ਚ ਫਿਰ ਕੇ? ਹਾਂਜੀ ਹਾਂਜੀ। ਮੰਡੀ ਨੂੰ ਕਿਉਂ ਨਹੀਂ ਪ੍ਰੈਫਰ ਦਿੰਦੇ?
ਅਸਲ ਮੰਡੀ 'ਚ ਭਾਈ ਧੋਖਾਧੜੀ ਬੜੀ ਹੈ। ਸਹੀ ਹੈ। ਜਿਵੇਂ ਸਟਾਰਟਿੰਗ ਸਾਨੂੰ ਮਸਲਾ ਬਣਿਆ ਨਾ ਕਿ ਅਸੀਂ ਉੱਥੇ ਜਾ ਕੇ ਆ ਵੀ ਇੱਕ ਲਾਵੇਂ ਜਾਲ ਆ ਤੇ ਨਾਲ ਆਖਿਆ ਜੀ ਤਾਜ਼ਾ ਸੂਈ ਹੈ ਜਾਂ ਜੇ ਮਸਲਾ, ਤੇ ਫਿਰ ਉਹ ਜਿਉਂ-ਜਿਉਂ ਤਜਰਬਾ ਵੱਧਦਾ ਵਾ ਤੇ ਨਾਲ ਹੀ ਫਿਰ ਆਪਣਾ ਹਾਰ ਬੰਦੇ। ਯਾਨੀ ਇਹ ਵਾਕਈ ਹੀ ਇਤਫਾਕ ਹੋਇਆ ਕਿ ਉਹਨਾਂ ਨੇ ਤੁਹਾਡੇ ਨਾਲ 2 ਨੰਬਰੀ ਕਰਨ ਦੀ ਕੋਸ਼ਿਸ਼ ਕੀਤੀ। ਜੀ ਸਰ ਜੀ, ਆਪਣੇ ਨਾਲ ਹੋਇਆ ਨਾ। ਠੀਕ ਹੈ। ਹਾਂਜੀ। ਔਰ ਉਸ ਚੀਜ਼ ਨੇ ਫਿਰ ਤੁਹਾਨੂੰ ਤੁਹਾਡਾ ਤਜਰਬਾ ਜਿਹੜਾ ਵੇ ਉਹ ਵਧਾ ਦਿੱਤਾ। ਤੁਸੀਂ ਹੁਣ ਪ੍ਰੈਫਰ ਇਹੀ ਕਰੋਗੇ ਕਿ ਜਿਹੜੇ ਬੰਦੇ ਨੇ ਉੱਥੇ ਡੰਗਰ ਲੈਣੇ ਨੇ ਉਹ ਚੱਕਾਂ ਜਾ ਕੇ ਆਪ ਹੀ ਫਿਰ ਕੇ ਲੈ? ਹਾਂ, ਮੰਡੀਆਂ 'ਚ ਵੀ ਅੱਛਾ ਮਾਲ ਜਿਹੜਾ ਹੁੰਦਾ ਨਾ, ਆਰਫ ਮੰਡੀ 'ਚ ਤੁਸੀਂ ਜਾ ਜਾਓ, ਉੱਥੇ ਡੰਡੇ ਦਾ ਮਾਲ ਵੀ ਆਉਂਦਾ ਹੋਵੇ। ਹਾਂਜੀ, ਵਪਾਰੀ ਵੀ ਲੈ ਕੇ ਆਉਂਦੇ ਨੇ, ਲੇਕਿਨ ਵਪਾਰੀ ਅਸਲ ਉਹ ਇੱਕ ਅੱਛਾ ਸ਼ਿੰਗਾਰ ਕੇ ਰੱਖੀਆਂ ਹੁੰਦੀਆਂ ਨੇ, ਜਾਂ ਜੇ ਡੱਕਾ ਲਾਇਆ ਹੁੰਦਾ ਹੋਵੇ ਮੱਝਾਂ ਨੂੰ, ਬੰਦਾ ਜਿਹੜਾ ਨਵਾਂ ਬੰਦਾ ਉਹ ਧੋਖੇ ਜਾ ਜਾਂਦਾ ਵਾ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਮੱਝਾਂ ਕਿੰਨੀਆਂ ਖਰੀਦ ਕੇ ਲੈ ਕੇ ਆਏ ਇੱਕ ਵਾਰ 'ਚ? ਜ਼ਿਆਦਾ ਅਸੀਂ 12 ਮੱਝਾਂ ਆਉਂਦੀਆਂ ਨੇ। 12 ਮੱਝਾਂ ਆਉਂਦੀਆਂ। ਰੇਟ ਦੱਸ ਸਕਦੇ ਹੋ? ਰੇਟ ਵੀ ਬਿਲਕੁਲ ਦੱਸ ਸਕਦੇ ਹਾਂ ਜੀ। ਸਾਡੀ ਜੇ ਉੱਥੋਂ ਹਾਂ ਸੇਲ ਕੀਤੀ ਹੈ ਨਾ ਆਪਣਾ ਮੰਡੀ ਦੇ ਵਿੱਚੋਂ, ਉਹ ਸਾਡੀ 2.5 ਲੱਖ ਸੀ। ਠੀਕ ਹੈ। 240 230 ਇਸ ਤੋਂ ਜਿਹੜਾ ਅਸੀਂ 260 ਤੱਕ ਉੱਥੇ ਗਏ ਹਾਂ ਅਸੀਂ। ਸਹੀ ਹੈ। ਹੁਣ 2020 ਸ਼ੁਰੂ ਹੋਣ ਵਾਲਾ ਹੈ। ਇਸ ਦੌਰ ਦੇ ਵਿੱਚ ਅੱਜ ਦੇ ਵਕਤ 'ਚ ਕੀ ਰੇਟ ਹੈ ਜਿਹੜੀ ਸਭ ਤੋਂ ਚੰਗੀ ਮੱਝ ਹੈ ਉਹਦਾ? ਭਾਈ ਜੀ ਮੱਝ ਤੇ 4 ਲੱਖ ਵੀ ਹੈ ਵੈਸੇ ਕੋਲ ਜਿਹੜੀ ਮੱਝ ਹੈ। ਸਹੀ ਹੈ। ਜਿਹੜੀ ਨਸਲ ਦੀ ਉਹਦੇ 'ਚ ਕੀ ਖਾਸੀਅਤ ਹੋਏਗੀ 4 ਲੱਖ ਵਾਲੀ 'ਚ? ਖਾਸੀਅਤ ਖੂਬਸੂਰਤੀ ਹੋਏਗੀ। ਅੱਗੋਂ ਅਸੀਂ ਦੇ ਲੋਕ ਜਿਹੜੇ ਗਵਾਲ ਚ ਨਾ, ਅਸੀਂ ਦੇਖਦੇ ਹਾਂ ਦੁੱਧ ਕਿ ਦੁੱਧ ਕਿਵੇਂ ਲੀਟਰ ਕਰ ਰਹੀ ਹੈ। ਜਿਹੜੀ ਅੱਛੀ ਨਸਲ ਦੀ ਜਿਹੜੀ ਆਪਣਾ ਲੁੱਡਰ ਦੀ ਮੈਂ ਹੈ ਨਾ, ਉਹ ਤਕਰੀਬਨ 20-22 ਲੀਟਰ ਵੀ ਕਰਦੀ ਹੈ ਜਿਹੜੀ ਅੱਛੀਆਂ ਮੈਂ ਜੀ। ਸਹੀ। ਜਿਹੜੀਆਂ ਉਹੋ ਜਿਹੀਆਂ ਨੇ ਆਪਣਾ ਜਿਹੜੀਆਂ ਉਹ ਜਿਹੜੀਆਂ 10 ਲੀਟਰ ਵੀ ਕਰਨ ਦਾ ਉਹਨਾਂ ਨੂੰ ਮੁਸ਼ਕਲ ਹੋ ਜਾਂਦਾ। ਐਵਰੇਜ ਦੱਸ ਸਕਦੇ ਹੋ ਕਿ ਮੱਝ ਜਿਹੜੀ ਚੰਗੀ ਹੈ ਕਿੰਨੇ ਦੀ ਮਿਲ ਜਾਏਗੀ ਹੁਣ ਉਸ ਸਾਈਡ ਤੋਂ ਜਾ ਕੇ, ਅਗਰ ਕੋਈ ਨਵਾਂ ਬੰਦਾ ਲੈਣਾ ਚਾਹੇ ਤੇ? ਭਾਈ ਜੀ ਉਹ ਦਰਮਿਆਨੀ ਮੈਂ ਜਿਹੜੀ ਨਾ ਹੁਣ ਜਿਹੜੀ ਨਸਲ ਵਾਲੀ ਮੱਝ ਹੈ ਉਹ 3 ਤੋਂ ਉੱਪਰ ਹੀ ਹੈ। ਅੱਛਾ। ਹਾਂਜੀ, 3 ਤੋਂ ਥੱਲੇ ਮੈਂ ਨਹੀਂ ਮਿਲਦੀ। ਚਲੋ ਕੋਈ ਦੇਸੀ ਮੱਛੀ ਨਸਲ ਦੀ ਹੋਏ ਤਾਂ ਉਹ ਮਿਲ ਜਾਵੇ, ਕਹਿ ਨਹੀਂ ਸਕਦੇ। ਜਿਹੜੀ ਮੱਝ ਹੈ ਨਾ ਉਹ 3 ਤੋਂ ਥੱਲੇ ਨਹੀਂ ਹੈ। ਸਹੀ ਹੋ ਗਿਆ। ਇੱਕ ਤੁਸੀਂ ਦੱਸ ਰਹੇ ਹੋ ਕਿ ਅਸੀਂ 3 ਨਸਲਾਂ ਰੱਖੀਆਂ ਨੇ, ਇੱਕ ਨਸਲ ਦੇ ਬਾਰੇ ਤੁਸੀਂ ਤਫਸੀਲਨ ਦੱਸ ਦਿੱਤਾ ਹੈ। ਜੀ ਜੀ। ਦੂਜੀਆਂ ਨਸਲਾਂ ਦੀ ਵੀ ਪਰਫਾਰਮੈਂਸ ਅੱਛੀ ਹੈ? ਹਾਂ, ਦੂਜੀਆਂ ਰਸਮਾਂ ਨੂੰ ਅੱਛੀਆਂ ਨੇ ਕਿ ਹੁਣ ਆਪਣਾ ਉਕਾੜੇ ਦੀ ਹੈ ਤੇ ਉਕਾੜਾ ਵੀ ਅੱਛਾ, ਉਹ ਆਪਣਾ ਜ਼ਿਆਦਾ ਇਤਨਾ ਨਹੀਂ ਉਹ ਕਰਦੀ ਜਿੰਨਾ ਕਿ ਉਹ ਲੁੱਟਣ ਵਾਲੀ ਮੈਂ ਕਰਦੀ ਹੈ, ਲੇਕਿਨ ਉਹ ਵੀ ਨਸਲ ਅੱਛੀ ਹੈ ਉਕਾੜੇ ਦੀ ਵੀ। ਇੱਕ ਬੜਾ ਅਹਿਮ ਸਵਾਲ, ਜੀ ਜੀ, ਤੁਸੀਂ ਮੱਝਾਂ ਜਿਹੜੀਆਂ ਨੇ ਉਹ ਦੱਸ ਰਹੇ ਹੋ ਕਿ ਅਸੀਂ 9 ਤੋਂ ਵਧਾਈਆਂ, ਜੀ ਜੀ। ਆਪਣੇ ਘਰ ਦੀਆਂ ਵੀ ਕੋਈ ਵਧੀਆਂ ਨੇ 5 ਸਾਲਾਂ 'ਚ? ਘਰ ਦੀਆਂ ਵਿਚਾਰੀਆਂ ਵਿੱਚ ਗਈਆਂ ਨੇ ਸਾਰੀਆਂ, ਹੁਣ ਬਸ ਉਹ ਨਸਲ ਚੱਲਦੀ ਤੇ ਆਵੇ ਸਾਨੂੰ ਜੀ। ਯਾਨੀ ਸਾਨੂੰ ਸਵਾਦ ਹੀ ਉਹਨਾਂ ਦਿੱਤਾ ਜੀ ਆ ਕੇ, ਅਸੀਂ ਆਇਆ ਦਾ ਦੇਖਿਆ ਆ ਕੇ। ਚਲੋ ਕੋਈ ਦੇਸੀ ਨਸਲ ਸਾਡੀਆਂ ਜਾਂ ਜਿਹਨੂੰ ਇੱਥੇ ਸਾਡੀ ਜ਼ਬਾਨ ਜਾਂਦੇ ਨੇ ਪਸਰੂੜੀ ਨਸਲ, ਉਹ ਦੇਸੀ ਨਸਲ ਹੈ। ਤੇ ਉਹਨਾਂ ਜੋ ਹੈ ਸਾਡੀ ਇੱਕ ਝੋਟੀ ਸੀ ਬਸ, ਉਹ ਆ ਸਾਡੇ ਘਰ ਸੋਈ ਆ ਆਪਣੇ ਘਰ ਦੇ ਜੀ। ਤੇ ਉਸ ਤੋਂ ਬਾਅਦ ਜਿਹੜੀਆਂ ਖੰਗੜੀ ਖੁੰਗੜੀ ਹੋ ਗਈ ਤੇ ਫਿਰ ਅਸੀਂ ਸ਼ੇਅਰ ਕਰਦੇ ਹਾਂ ਕੋਈ ਨਵੀਂ ਤਾਜ਼ਾ ਮਾਲ ਪਾਣਾ। ਠੀਕ ਹੈ। ਆਈ ਸਾਹਿਬ ਬਹੁਤ ਮੁਫੀਦ ਗੱਲਾਂ ਤੁਸੀਂ ਦੱਸੀਆਂ ਨੇ, ਬੜੀ ਜ਼ਬਰਦਸਤ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ। ਕੋਈ ਅਹਿਮ ਗੱਲ ਜਿਹੜੀ ਮੈਂ ਨਹੀਂ ਪੁੱਛ ਸਕਿਆ ਔਰ ਤੁਸੀਂ ਦੱਸਣਾ ਚਾਹੋ ਇਹ ਜਾਨਵਰਾਂ ਦੇ ਹਵਾਲੇ ਨਾਲ, ਉਹ ਸਾਡੇ ਨਾਲ ਸਦਕਾ ਜਾਰੀ ਤੌਰ ਤੇ ਸ਼ੇਅਰ ਕਰ ਦਿਓ। ਸਦਕਾ ਜਾਰੀ ਤੇ ਇਹ ਭਾਈ ਜੀ, ਅਗਰ ਮਾਲ 'ਚ ਬੰਦਾ ਅਗਰ ਮਿਹਨਤ ਕਰਦਾ ਨਾ, ਤੇ ਵੇਖੋ ਨਾ ਹਵਾ ਨੇ ਅੱਲਾਹ ਪਾਕ ਦੀ ਮਖਲੂਕ ਹੈ, ਇਸ ਨੂੰ ਅਗਰ ਰੱਖਣਾ ਨਾ ਤੇ ਇਸ ਦੀ ਖਿਆਲ ਕਰੋ। ਇਹ ਨਹੀਂ ਕਿ ਬਸ ਠੀਕ ਜੀ ਬੰਨ ਛੜੀਆਂ ਤੇ ਆਪਣਾ ਠੀਕ ਹੋ ਗਿਆ ਵੇ, ਇੰਨੇ ਆਪਣਾ ਦੱਸਣਾ ਕਿ ਨਾ ਛੱਡ ਸਾਡੇ ਕੋਲ 200 ਮੱਝ ਹੈ ਜਾਂ 400 ਮੱਝ ਹੈ, ਲੇਕਿਨ ਇਹ ਚੀਜ਼ ਹੈ ਕਿ ਬੇਜ਼ਬਾਨ ਹੈ। ਸਹੀ ਹੈ। ਇਹਨੇ ਜਦੋਂ ਤੁਸੀਂ ਆਪ ਪੇਟ ਭਰ ਕੇ ਖਾਣਾ ਤੇ ਇਹਨੇ ਸਮਾਨ ਮੂੰਹ ਕਰਕੇ ਰੱਖਣਾ, ਜਾਂ ਅੱਲਾ ਇਸ ਬੰਦੇ ਤੇ ਆਪਣਾ ਬਹੁਤ ਸ਼ੁਕਰੀਆ ਸਾਹਿਬ, ਤੁਸੀਂ ਬੜੀ ਮੁਫੀਦ ਗੁਫ਼ਤਗੂ ਕੀਤੀ ਹੈ। अस्सलाम वालेकुम। ਵਾਲੇਕੁਮ ਸਲਾਮ।